ਖਬਰ ਪੜਤਾਲ ਦੇਖ ਰਹੇ ਸਾਰੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਮਨਦੀਪ ਸਿੰਘ। ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ। ਇਹਨਾਂ ਦਾ ਸਵਾਗਤ ਕਰਦੇ ਹਾਂ ਤੇ ਅੱਜ ਮੁੱਖ 3 ਸਵਾਲ ਨੇ ਜਿਨ੍ਹਾਂ ਦੇ ਉੱਪਰ ਆਪਾਂ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਡੱਲਾ ਸਾਹਿਬ ਦਾ ਸਵਾਗਤ ਕਰਦੇ ਹਾਂ, ਫਿਰ ਉਹਨਾਂ ਸਵਾਲਾਂ ਵੱਲ ਆਪਾਂ ਵਧਦੇ ਹਾਂ। ਡੱਲਾ ਜੀ ਬਹੁਤ ਬਹੁਤ ਸਵਾਗਤ ਹੈ। ਬਹੁਤ ਧੰਨਵਾਦ ਮਨਦੀਪ ਜੀ, ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ। ਡੱਲਾ ਜੀ, ਸਭ ਤੋਂ ਪਹਿਲਾਂ ਤਾਂ ਸਵਾਲ ਆਪਾਂ ਇਹੀ ਕਰਾਂਗੇ ਕਿ ਬੀਜੇਪੀ ਤੇ ਕਾਂਗਰਸ ਦੇ ਵੱਲੋਂ ਝਾੜੂ ਬ੍ਰਾਂਡ ਸਿਆਸੀ ਦਵਾਈ ਹੈ ਜਿਹੜੀ ਤਿਆਰ ਕੀਤੀ ਗਈ ਹੈ, ਇਹ ਦਵਾਈ ਕੀ ਹੈ? ਦੇਖੋ, ਇਹ ਸ਼ਬਦ ਸੁਣਨ ਨੂੰ ਬੜਾ ਅਜੀਬ ਲੱਗਦਾ ਹੈ ਕਿ ਬੀਜੇਪੀ ਤੇ ਕਾਂਗਰਸ ਨੇ ਝਾੜੂ ਬ੍ਰਾਂਡ ਸਿਆਸੀ ਦਵਾਈ ਤਿਆਰ ਕਰ ਲਈ। ਅਸਲ 'ਚ ਫਾਰਮੂਲਾ ਇੱਕ ਆਮ ਆਦਮੀ ਪਾਰਟੀ ਨੇ ਜਦੋਂ ਅੰਨਾ ਹਜ਼ਾਰੇ ਅੰਦੋਲਨ ਛਿੜਿਆ, ਉਦੋਂ ਕਰਪਸ਼ਨ ਦੇ ਖਿਲਾਫ ਜੰਗ ਸ਼ੁਰੂ ਹੋਈ। ਉੱਥੋਂ ਅਰਵਿੰਦ ਕੇਜਰੀਵਾਲ ਜੀ ਨੇ ਪੋਲੀਟੀਕਲ ਪਾਰਟੀ ਬਣਾ ਲਈ ਆਮ ਆਦਮੀ ਪਾਰਟੀ, ਔਰ ਇੱਕ ਫਾਰਮੂਲਾ ਅਰਵਿੰਦ ਕੇਜਰੀਵਾਲ ਜੀ ਨੇ ਵਰਤਿਆ ਕਿ ਰਵਾਇਤੀ ਪਾਰਟੀਆਂ ਜਿਹੜੀਆਂ ਚੀਜ਼ਾਂ ਨਹੀਂ ਕਰ ਰਹੀਆਂ, ਆਮ ਆਦਮੀ ਪਾਰਟੀ ਉਹ ਕੰਮ ਕਰੋ। ਰਵਾਇਤੀ ਪਾਰਟੀਆਂ ਕਰਪਸ਼ਨ ਕਰ ਰਹੀ ਸੀ, ਆਮ ਆਦਮੀ ਪਾਰਟੀ ਕਰਪਸ਼ਨ ਨਹੀਂ ਕਰੂ। ਕਰਪਸ਼ਨ ਦੇ ਮੁੱਦੇ ਤੇ ਅਰਵਿੰਦ ਕੇਜਰੀਵਾਲ ਆਏ, ਕਾਮਯਾਬੀ ਮਿਲੀ। ਫਿਰ ਲੋਕ ਦੁਖੀ ਸੀ ਮਹਿੰਗਾਈ ਤੋਂ। ਦਿੱਲੀ ਸਰਕਾਰ ਕੋਲੇ ਬਿਜਲੀ ਸੀ, ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦਿੱਲੀ ਸਰਕਾਰ ਕੋਲੇ ਨਹੀਂ। ਦਿੱਲੀ ਸਰਕਾਰ ਕੋਲੇ ਬਿਜਲੀ ਸੀ, ਪਾਣੀ ਸੀ, ਸਕੂਲ ਸੀ, ਬਹੁਤੇ ਮਹਿਕਮੇ ਹੈ ਨਹੀਂ, ਸਿਹਤ ਸੀ। ਅਰਵਿੰਦ ਕੇਜਰੀਵਾਲ ਨੇ ਇਹਨਾਂ ਚਾਰਾਂ ਖੇਤਰਾਂ 'ਚ ਆਪਣਾ ਫਾਰਮੂਲਾ ਲਾਗੂ ਕਰਤਾ। ਬਿਜਲੀ ਮੁਫਤ ਕਰਤੀ ਦਿੱਲੀ 'ਚ 200 ਯੂਨਿਟ, ਔਰ ਪੂਰੇ ਮੁਲਕ 'ਚ ਪ੍ਰਚਾਰਿਆ ਗਿਆ ਕਿ ਦਿੱਲੀ 'ਚ ਬਿਜਲੀ ਮੁਫਤ ਹੈ। ਜਿਵੇਂ ਹੁਣ ਪੰਜਾਬ 'ਚ ਵੀ ਬਿਜਲੀ ਮੁਫਤ ਹੋ ਗਈ ਜੀ। ਹੁਣ ਅਨਾਉਂਸ ਹੋਇਆ ਪਰਸੋਂ, ਕਹਿੰਦੇ ਪੰਜਾਬ 'ਚ ਬਿਜਲੀ ਮੁਫਤ, ਪਰ 600 ਯੂਨਿਟ ਤੋਂ ਬਾਅਦ ਤਾਂ ਬਿੱਲ ਆਉਣਾ ਹੈ। ਜਿਹਦਾ 600 ਟੱਪ ਗਿਆ ਜਨਰਲ ਕੈਟਾਗਰੀ ਦਾ, ਉਹਦਾ ਵੀ ਬਿੱਲ ਆਉਣਾ ਹੈ। ਔਰ ਪੰਜਾਬ 'ਚ ਪਹਿਲੀ ਵਾਰੀ ਮੈਂ ਇਹ ਗੱਲ ਦੇਖੀ ਹੈ, ਜਦੋਂ ਇਹ ਗੱਲ ਤੁਰੀ ਹੈ ਜਨਰਲ ਕੈਟਾਗਰੀ ਨੂੰ ਅਗਰ 600 ਯੂਨਿਟ ਤੋਂ ਉੱਪਰ ਬਿੱਲ ਆਇਆ ਤੇ ਸਾਰਾ ਬਿੱਲ ਲੱਗੂਗਾ। ਤੇ ਜਨਰਲ ਕੈਟਾਗਰੀ ਸ਼ਬਦ ਕਿਹਨੇ ਵਰਤਿਆ? ਇਹ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਵਰਤਿਆ ਸਭ ਤੋਂ ਪਹਿਲਾਂ ਤਾਂ। ਸੋ ਹੁਣ ਕਈ ਲੋਕ ਕੱਲ ਗਿਲਾ ਕਰ ਰਹੇ ਸੀ ਵੀ ਇਸ ਤਰ੍ਹਾਂ ਕਿਉਂ ਕਿਹਾ ਜਾ ਰਿਹਾ ਪੰਜਾਬ 'ਚ ਕਿ ਜਨਰਲ ਕੈਟਾਗਰੀ, ਕਿਉਂਕਿ ਇਹ ਸ਼ਬਦ ਹੀ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਵਰਤਿਆ। ਪ੍ਰੈਸ ਕਾਨਫਰੰਸ ਹੈ ਅਮਨ ਅਰੋੜਾ ਦੀ, ਉਹ ਵੀ ਵਰਤ ਰਹੇ ਨੇ ਕਿ ਜਨਰਲ ਕੈਟਾਗਰੀ ਨੂੰ 600 ਯੂਨਿਟ ਤੱਕ ਮਾਫ 2 ਮਹੀਨਿਆਂ ਦੇ, ਅਗਰ 600 ਤੋਂ ਵਧੀਆ ਤੇ ਸਾਰੇ ਦਾ ਬਿੱਲ ਦੇਣਾ ਪਊ। ਸੋ ਇਸ ਕਰਕੇ ਪੰਜਾਬ 'ਚ ਸੋਸ਼ਲ ਮੀਡੀਆ ਤੇ ਵੱਖ-ਵੱਖ ਤਰ੍ਹਾਂ ਦੇ WhatsApp ਗਰੁੱਪ 'ਚ ਜਨਰਲ ਕੈਟਾਗਰੀ ਦੇ ਨਾਂ ਹੇਠ ਬਹੁਤ ਸਾਰੇ ਲੋਕਾਂ ਦੀ ਨਾਰਾਜ਼ਗੀ ਆ ਗਈ ਕਿ ਜਨਰਲ ਕੈਟਾਗਰੀ ਵਿੱਚ ਤਾਂ ਗਰੀਬ ਨੇ, ਉਹਨਾਂ ਨੂੰ ਤੁਸੀਂ ਮੁਫਤ ਕਿਉਂ ਨਹੀਂ ਦੇ ਰਹੇ, ਜਾਂ ਸਾਰਿਆਂ ਨੂੰ ਕਿਉਂ ਨਹੀਂ ਦੇ ਰਹੇ? ਸੋ ਇੱਕ ਜਨਰਲ ਕੈਟਾਗਰੀ ਤੇ ਸਾਡੇ ਦੂਸਰੇ ਭਾਈਚਾਰਿਆਂ ਨੂੰ ਪਹਿਲਾਂ ਵੀ ਮਿਲਦੀ ਸੀ, ਮਿਲਣੀ ਵੀ ਚਾਹੀਦੀ ਹੈ। ਪਰ ਜਨਰਲ ਕੈਟਾਗਰੀ ਦੀ ਗੱਲ ਵੀ ਸੁਣੀ ਜਾਣੀ ਚਾਹੀਦੀ ਹੈ, ਕਿਉਂਕਿ ਜਨਰਲ ਕੈਟਾਗਰੀ ਸ਼ਬਦ ਆਮ ਆਦਮੀ ਪਾਰਟੀ ਨੇ ਸਥਾਪਿਤ ਕਰਤਾ ਪੰਜਾਬ 'ਚ, ਹਜੇ ਤੱਕ ਇਹ ਸਥਾਪਿਤ ਨਹੀਂ ਸੀ। ਹੁਣ ਜਿਹੜੀ ਸਿਆਸੀ ਦਵਾਈ ਦੀ ਹੈ, ਅਰਵਿੰਦ ਕੇਜਰੀਵਾਲ ਨੇ ਬਿਜਲੀ ਪਾਣੀ ਮੁਫਤ ਕੀਤਾ ਦਿੱਲੀ 'ਚ, ਸਰਕਾਰੀ ਹਸਪਤਾਲਾਂ 'ਚ ਇਲਾਜ ਮੁਫਤ ਕੀਤਾ, ਚੰਗੀ ਗੱਲ ਹੈ ਜੀ। ਤੇ ਮੁਹੱਲਾ ਕਲੀਨਿਕ ਬਣਾਏ ਕੁਛ। ਹਾਲਾਂਕਿ ਕੋਵਿਡ ਦੇ ਸਮੇਂ ਅਰਵਿੰਦ ਕੇਜਰੀਵਾਲ ਦਾ ਦਿੱਲੀ ਮਾਡਲ ਫੇਲ ਹੋਇਆ, ਇਹਦੇ 'ਚ ਕੋਈ ਦੋ ਰਾਏ ਨਹੀਂ। ਨੀਤ ਚੰਗੀ ਹੈ ਅਰਵਿੰਦ ਕੇਜਰੀਵਾਲ ਦੀ, ਸੇਵਾ ਕਰਨਾ ਚਾਹੁੰਦੇ ਨੇ, ਪਰ 3-4 ਫਾਰਮੂਲੇ ਅਰਵਿੰਦ ਕੇਜਰੀਵਾਲ ਨੇ ਵਰਤੇ। ਦਿੱਲੀ ਤੋਂ ਬਾਅਦ ਇਹ ਪੰਜਾਬ 'ਚ ਵੀ ਕਾਮਯਾਬ ਹੋ ਗਏ, ਕਿਉਂਕਿ ਪੰਜਾਬ ਦੇ ਲੋਕ ਵੀ ਮਹਿੰਗੀ ਬਿਜਲੀ ਤੋਂ ਔਖੇ ਸੀ। ਸਭ ਤੋਂ ਜ਼ਿਆਦਾ ਬਿਜਲੀ ਮਹਿੰਗੀ ਆ ਪੰਜਾਬ 'ਚ, ਪੰਜਾਬ ਦੇ ਲੋਕ ਔਖੇ ਆ। ਪੰਜਾਬ 'ਚ ਬਿਜਲੀ ਮਹਿੰਗੀ ਕਿਉਂ ਹੋਈ? ਕਿਉਂਕਿ ਤਰ੍ਹਾਂ ਦੇ ਇਸ ਤਰੀਕੇ ਦੇ ਪੰਜਾਬ ਦੇ ਨਾਲ ਧੱਕੇ ਕੀਤੇ ਗਏ ਕਿ ਪੰਜਾਬ ਦੀ ਬਿਜਲੀ ਮਹਿੰਗੀ ਹੋ ਗਈ। ਪਾਣੀ ਤੇ ਬਿਜਲੀ ਪੰਜਾਬ ਦੀ ਵੰਡੀ ਗਈ, ਪਾਣੀ ਦਾ ਮੁੱਲ ਵੀ ਨਹੀਂ ਪੰਜਾਬ ਨੂੰ ਮਿਲ ਰਿਹਾ। ਹੁਣ ਅਰਵਿੰਦ ਕੇਜਰੀਵਾਲ ਨੇ ਉਹ ਫਾਰਮੂਲਾ ਪੰਜਾਬ 'ਚ ਲਾਇਆ ਚੋਣਾਂ ਤੋਂ ਪਹਿਲਾਂ ਕਿ ਬਿਜਲੀ ਮੁਫਤ, ਇਸ਼ਤਿਹਾਰ ਲੱਗੇ ਸੀ ਥਾਂ ਆਪ ਦੀ ਸਰਕਾਰ ਆਈ ਤਾਂ ਬਿਜਲੀ ਮੁਫਤ, ਸਰਕਾਰ ਆ ਗਈ ਆਪ ਦੀ। ਕੀ ਤੁਹਾਡੇ ਘਰ ਦੀ ਬਿਜਲੀ ਮੁਫਤ ਹੋ ਗਈ? ਜਿਨ੍ਹਾਂ ਦੀ ਖਪਤ 600 ਤੋਂ ਉੱਤੇ ਜਾਣੀ ਹੈ, ਸਾਰੇ ਦਾ ਬਿੱਲ ਲੱਗਣਾ, ਫਿਰ ਮੁਫਤ ਕਿਵੇਂ ਹੋਈ? ਇਹ ਖੋਜ ਦਾ ਵਿਸ਼ਾ ਹੈ, ਇਹਦੇ ਤੇ ਰੋਜ਼ ਆਪਾਂ ਖੋਜ ਕਰਿਆ ਕਰਾਂਗੇ। ਮੈਨੂੰ ਲੱਗਦਾ ਬਹੁਤ ਸਾਰੇ ਲੋਕ ਕਹਿਣਗੇ ਵੀ ਜਦੋਂ ਮਹੀਨੇ ਦੇ 300 ਯੂਨਿਟ ਟੱਪਣ ਲੱਗੇ, 290 ਤੇ ਆ ਗਏ, ਤੇ ਭਾਈ ਬਾਰ-ਬਾਰ ਚੈੱਕ ਕਰੋ ਮੀਟਰ, ਆਪਾਂ 300 ਤੋਂ ਪਾਰ ਨਹੀਂ ਜਾਣ ਦੇਣਾ, ਮੀਟਰ ਬੰਦ ਕਰ ਲਓ। ਕੁਝ ਦਿਨ ਆਪਾਂ ਰਿਸ਼ਤੇਦਾਰਾਂ ਦੇ ਜਾਈਏ, ਪਰ ਅੱਗੇ ਰਿਸ਼ਤੇਦਾਰਾਂ ਦੇ ਵੀ ਯੂਨਿਟ ਕਿਤੇ 290 ਨਾ ਹੋ ਗਏ ਹੋਣ। ਕਈ ਤਰ੍ਹਾਂ ਦੇ ਮਜ਼ਾਕ ਵੀ ਚੱਲ ਰਹੇ ਨੇ, ਕਿਉਂਕਿ ਇਹ ਜਿਹੜਾ ਫੈਸਲਾ ਹੋਇਆ ਹੈ, ਇਹਨੇ ਇੱਕ ਨਵੀਂ ਤਰ੍ਹਾਂ ਦੀ ਬਹਿਸ ਨੂੰ ਜਨਮ ਦਿੱਤਾ ਹੈ। ਹੁਣ ਬੀਜੇਪੀ ਤੇ ਕਾਂਗਰਸ ਨੇ ਕਿਹੜੀ ਸਿਆਸੀ ਦਵਾਈ ਕੱਢੀ ਹੈ? ਬੀਜੇਪੀ ਤੇ ਕਾਂਗਰਸ ਨੇ ਦੇਖਿਆ ਕਿ ਅਰਵਿੰਦ ਕੇਜਰੀਵਾਲ ਦਾ ਇਹ ਫਾਰਮੂਲਾ ਕਿ ਬਿਜਲੀ ਮੁਫਤ ਕਹਿ ਦਿਓ, ਬਾਅਦ 'ਚ ਕਰੋ,
ਉਨੀ ਜਿੰਨੀ ਕੁ ਪਹਿਲੀ ਸੀ। ਹੁਣ ਪੰਜਾਬ 'ਚ ਸਾਡੇ ਰਾਖਵੇਂ ਕਰਨ ਵਾਲੇ ਭਾਈਚਾਰੇ ਨੂੰ ਪਹਿਲਾਂ ਵੀ 200 ਯੂਨਿਟ ਮੁਫਤ ਸੀ, ਹੁਣ 300 ਹੋ ਗਏ, 100 ਦਾ ਵਾਧਾ ਬਿਲਕੁਲ ਠੀਕ ਹੈ। ਹੁਣ ਕਾਂਗਰਸ ਤੇ ਬੀਜੇਪੀ ਨੇ ਦੇਖਿਆ ਮਨਦੀਪ ਜੀ ਕਿ ਅਰਵਿੰਦ ਕੇਜਰੀਵਾਲ ਦਾ ਇਹ ਫਾਰਮੂਲਾ ਦਵਾਈ ਦੀ ਤਰ੍ਹਾਂ ਕੰਮ ਕੀਤਾ ਲੋਕਾਂ 'ਚ। ਲੋਕਾਂ ਨੂੰ ਲੱਗਿਆ ਕਿ ਅਰਵਿੰਦ ਕੇਜਰੀਵਾਲ ਦੀ ਸਰਕਾਰ ਆਊਗੀ, ਪੰਜਾਬ 'ਚ ਆਪ ਦੀ ਸਰਕਾਰ ਆਊਗੀ, ਸਾਰੀ ਬੱਤੀ ਮੁਫਤ, ਕਿਉਂਕਿ ਪ੍ਰਚਾਰ ਤਾਂ ਇਹੀ ਕੀਤਾ ਜਾਂਦਾ ਸੀ ਕਿ ਦਿੱਲੀ ਮੇਂ ਬਿਜਲੀ ਮੁਫਤ ਹੈ। ਹਾਲਾਂਕਿ 200 ਯੂਨਿਟ ਹੀ ਮੁਫਤ ਸੀ ਉੱਥੇ, ਚਲੋ ਵੱਖ-ਵੱਖ ਸਕੀਮਾਂ 'ਚ ਮੁਫਤ ਹੈ। ਉਸ ਤੋਂ ਬਾਅਦ ਬਿੱਲ ਆਉਂਦਾ ਹੈ ਪੰਜਾਬ 'ਚ। ਜਦੋਂ ਗੱਲ ਤੁਰੀ पहली बारी अरविंद केजरीवाल ने किया 300 यूनिट मुफ्त, अगर एक यूनिट भी ज़्यादा हुआ तो सबका बिल आएगा। पंजाब के आप दे लीडर सफाइयां दिंदे रहे भी नहीं सारियां ही मुफ्त है, फिर नहीं किसी का बिल आना। ये सफाइयां आईयां बाद कि पूरी मुफ्त होगी, पर हुण पूरी मुफ्त नहीं है। हुण बीजेपी ते कांग्रेस ने की कीता, कई दिनां दीयां टीमां बना के पड़ताल की भी अरविंद केजरीवाल के ये वादे क्यों काम किए जी। फिर हुण समझ गए कांग्रेस ते बीजेपी वाले भी ये है कुछ नहीं। हिमाचल प्रदेश चोणां तो पहले ही बीजेपी ने कहता 125 यूनिट मुफ्त, वो सारियां दे मुफ्त कर रहे हैं। सो बीजेपी को एक मुद्दा आ गया हिमाचल कि देखो पंजाब च इन्होंने जनरल कैटागरी नूं 600 तो बाद बिल लाता ते असीं तां हिमाचल चों भी नहीं लाउणा। एक नवीं तरह का समीकरण, सियासी ध्रुवीकरण, हजे तक धर्म के आधार पर ध्रुवीकरण सी साडे मुल्क च। बीजेपी ते भी इल्जाम लगते सी कि ये घट गिणतियां का ध्रुवीकरण कर रही है जी, बहु गिणतियां का ध्रुवीकरण कर रही है। हुण पंजाब च कैटागरी का ध्रुवीकरण अपने आप हो गया आम आदमी पार्टी के लीडरां दे बयानां दे नाल। जदों उन्होंने गल की जनरल कैटागरी की तो की पंजाब च ध्रुवीकरण हो गया। हुण कांग्रेस ते बीजेपी वाले हिमाचल च गुजरात च कहेंगे कि हम सब वर्गों को देंगे, वहाँ इन्होंने पंजाब में जनरल कैटागरी को 600 के बाद बिल लगा दिया भी पंजाब 600 तो बाद ये कहते पूरा वसूलांगे। ये हुण उत्थे दवाई की तरह ये चीज़ नूं वरतणगे। ये है पोलीटिकल मैडिसन, सियासी दवाई। हुण जो कुछ अरविंद केजरीवाल के फार्मूले पंजाब चल गए, कांग्रेस ने छत्तीसगढ़ राजस्थान सुनेहे लाते भी इन्हां ते काम शुरू करो। गुजरात बीजेपी सोच रही है भी इस तरह का असी भी कोई सियासी दवाई लोगों नूं दईए। हिमाचल प्रदेश शुरू करती उन्होंने, वो कहते साडियां महिलावां नूं अद्धा कराया, पंजाब कैप्टन अमरिंदर कराया महिलावां नूं मुफ्त कर गया सी। हाँ जी, हुण उहदे करके शायद 18 सीटां दे विच योगदान पै गया, नहीं तो वो भी नहीं सी आउणियां कांग्रेस दीयां, क्योंकि कैप्टन अमरिंदर हुणां ने होर कीता ही कुछ नहीं सी पंजाब। चलो हुण बीजेपी गुजरात च भी, हिमाचल च भी, कांग्रेस छत्तीसगढ़ च भी, राजस्थान च भी इस दवाई नूं वरतण ते योजनावां बनाउण लग गई। लीडरां नूं सुनेहे लागे गुप्त भी करो तैयारी। और किसी भी सूबे च मुश्किल नहीं, गुजरात च भी मुश्किल नहीं, हरियाणे च भी मुश्किल नहीं, हिमाचल च भी मुश्किल नहीं, क्योंकि जदों तुसीं पंजाब की गल करते हो तो बहुत हुण दावा किया जा रहा है कि 80% लोगों को इसका फायदा हो जू। जुलाई च ये स्कीम लागू होनी है कि जुलाई जदों बिल आना है कि आम आदमी पार्टी पब्लिकली पब्लिक डोमेन दे विच सार्वजनिक करेगी कि 80% लोगों को फायदा हो गया जी। अगर 80% लोगों को फायदा होना हुंदा तो लोग संतुष्ट होंदे। सारिਆਂ ਨੂੰ पता है कि उन्होंने घर का बिल कितना आउंदा है, सब नूं पता है उन्होंने घर दीयां बिजली दीयां यूनिट्स कितनियां खपत होंदियां ने। इस करके मैनूं लगदा है कि ये एक नवीं तरह का पोलीटिकल ध्रुवीकरण, सियासी ध्रुवीकरण है जिहड़ा वो सानूं दिख रहा है। और कांग्रेस ते बीजेपी अरविंद केजरीवाल के इसे फार्मूले नूं हर जगह लागू करूँ। और इस तो इलावा अरविंद केजरीवाल आम आदमी पार्टी की सरकार कोले कोई नवी चीज़ नहीं है, और यही चीज़ स्कूलों पर भी लागू होनी है। सो लगभग अरविंद केजरीवाल की जिहड़ी पोलीटिकल दवाई बन रही सी, उही पोलीटिकल दवाई हुण बीजेपी ते कांग्रेस ने तैयार कर ली। सो ये मैनूं लगदा है कि उस लिए तो हुण कांग्रेस ते बीजेपी भी चलणगियां और इक्को जिहा माहौल सानू पोलीटिकल तौर पर दिखूगा। और तुसी देखो सोशल मीडिया ते कई तरह के सुनेहे चल रहे हैं। जनरल कैटागरी वैलफेयर फैडरेशन उन्हां दा एक पोस्टर है, वो घूम रहा सोशल मीडिया ते, जिहदे विच वो कहंदे ने कि 300 यूनिट तो एक भी यूनिट वध आउण ते इकल्ली जनरल कैटागरी ही सारे यूनिटां दा खर्चा क्यों देवे। ये सरकार तो सवाल कीते हैं, इसे सरकार ने सवाल पुछना भी सिखाया सी।
ਕਹਿੰਦੇ ਇਹ ਸ਼ਰਤ ਕੇਵਲ ਜਨਰਲ ਕੈਟਾਗਰੀ ਉੱਪਰ ਹੀ ਕਿਉਂ ਲਗਾ ਕੇ ਜਨਰਲ ਕੈਟਾਗਰੀ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ ਕਿ ਜਨਰਲ ਕੈਟਾਗਰੀ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਨਹੀਂ ਪਾਈਆਂ। ਪੰਜਾਬ ਵਿੱਚ ਬਣੇ ਜਨਰਲ ਕੈਟਾਗਰੀ ਕਮਿਸ਼ਨ ਨੂੰ ਮੁਕੰਮਲ ਤੌਰ ਤੇ ਕੰਮ ਕਿਉਂ ਨਹੀਂ ਕਰਨ ਦਿੱਤਾ ਜਾ ਰਿਹਾ ਜਦੋਂ ਕਿ ਬਾਕੀ ਸਾਰੇ ਕਮਿਸ਼ਨ ਕੰਮ ਕਰ ਰਹੇ ਨੇ, ਉਹਨਾਂ ਨੇ ਸਵਾਲ ਕੀਤਾ। ਪਰ ਮੈਨੂੰ ਲੱਗਦਾ ਜਨਰਲ ਕੈਟਾਗਰੀ ਕਮਿਸ਼ਨ ਵੀ ਕੰਮ ਕਰ ਰਿਹਾ ਹੋਣਾ। ਉਹ ਕਹਿੰਦੇ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਜਨਰਲ ਵਰਗ ਨੂੰ ਤੁਰੰਤ ਇਨਸਾਫ ਦਿੱਤਾ ਜਾਵੇ, ਨਹੀਂ ਤਾਂ ਬਹੁਤ ਜਲਦੀ ਜਨਰਲ ਕੈਟਾਗਰੀ ਵਰਗ ਦੇ ਨੁਮਾਇੰਦੇ ਸੜਕਾਂ ਤੇ ਉਤਰ ਕੇ ਇਨਸਾਫ ਦੀ ਮੰਗ ਕਰਨਗੇ। ਸੋ ਇਸ ਤਰੀਕੇ ਦੀਆਂ ਜਿਹੜੀਆਂ ਗੱਲਾਂ ਤੁਰ ਪਈਆਂ। ਸੋ ਮੈਨੂੰ ਲੱਗਦਾ ਹੈ ਕਿ ਜ਼ਰੂਰ ਪੁਨਰ ਵਿਚਾਰ ਆਮ ਆਦਮੀ ਪਾਰਟੀ ਨੂੰ ਬਿਜਲੀ ਵਾਲੇ ਫੈਸਲੇ ਤੇ ਕਰ ਲੈਣਾ ਚਾਹੀਦਾ ਹੈ, ਤਾਂ ਕਿ ਸਾਰੇ ਲੋਕ ਚਾਹੁੰਦੇ ਸੀ। ਦੇਖੋ ਆਮ ਆਦਮੀ ਪਾਰਟੀ ਨਾਲ ਮੁਹੱਬਤ ਹੈ ਸਾਰੇ ਲੋਕਾਂ ਨੂੰ, ਸਾਰਿਆਂ ਨੂੰ ਸੀ ਜੇ ਆਮ ਆਦਮੀ ਪਾਰਟੀ ਆਊਗੀ ਸਾਨੂੰ ਵੀ ਮੁਫਤ ਬਿਜਲੀ ਮਿਲੂ। ਮੈਂ ਵੀ ਸੋਚਦਾ ਸੀ ਮਨਦੀਪ ਜੀ ਕਿ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਤੇ ਜੇ ਸੱਚਮੁੱਚ ਇਹਨਾਂ ਨੇ ਬਿਜਲੀ ਮੁਫਤ ਕਰਤੀ ਤੇ ਕੁਝ ਵਿੱਤੀ ਬੋਝ ਘਟੂਗਾ। ਪਰ ਕਿਉਂਕਿ ਮੇਰੇ 300 ਯੂਨਿਟ ਤੋਂ ਵੱਧ ਹੀ ਆਉਂਦੇ ਨੇ, ਸੋ ਇਸ ਕਰਕੇ ਮੈਨੂੰ ਵੀ ਕੋਈ ਬਹੁਤ ਹੀ ਜ਼ਿਆਦਾ ਖੁਸ਼ੀ ਨਹੀਂ ਹੋਈ ਬਿਜਲੀ ਦੇ ਫੈਸਲੇ ਦੀ। ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਿਨ੍ਹਾਂ ਲੋਕਾਂ ਨੂੰ ਫਾਇਦਾ ਮਿਲਿਆ ਉਹ ਬਿਲਕੁਲ ਚੰਗੀ ਗੱਲ ਹੈ, ਉਹਨਾਂ ਨੂੰ ਫਾਇਦਾ ਮਿਲਣਾ ਚਾਹੀਦਾ ਸੀ। ਪਰ ਦੂਸਰੀ ਗੱਲ, ਸਰਕਾਰ ਜਦੋਂ ਇਸ ਤਰੀਕੇ ਦੀਆਂ ਯੋਜਨਾਵਾਂ ਬਣਾਉਂਦੀ ਹੈ ਤੇ ਬਹੁਤ ਸੋਚ ਸਮਝ ਕੇ ਉਹਨਾਂ ਨੂੰ ਅਮਲੀ ਰੂਪ 'ਚ ਲਾਗੂ ਕਰਨਾ ਚਾਹੀਦਾ ਹੈ, ਬਹੁਤ ਸੋਚ ਸਮਝ ਕੇ, ਤਾਂ ਕਿ ਸਾਰੇ ਲੋਕ, ਵੱਧ ਤੋਂ ਵੱਧ ਲੋਕ ਇਹਦੇ ਫਾਇਦੇ 'ਚ ਆਉਣ, ਇਸ ਸਹੂਲਤ ਦਾ ਉਹਨਾਂ ਨੂੰ ਫਾਇਦਾ ਮਿਲੇ। ਪਰ ਇਸ ਤਰੀਕੇ ਨਾਲ ਹੋ ਨਹੀਂ ਸਕਿਆ। ਤੇ ਡੱਲਾ ਜੀ ਦੂਸਰੇ ਸਵਾਲ ਵੱਲ ਵਧੀਏ ਤਾਂ ਆਪਾਂ ਨਵਜੋਤ ਸਿੰਘ ਸਿੱਧੂ ਤੇ ਨਿਗਰਾਨੀ ਗੁਪਤ ਡਿਊਟੀਆਂ, ਇਹ ਪੂਰਾ ਮਾਮਲਾ ਕੀ ਹੈ? ਦੇਖੋ 2-3 ਤਰੀਕੇ ਨਾਲ ਇਸ ਚੀਜ਼ ਨੂੰ ਅਸੀਂ ਦੇਖਾਂਗੇ। ਨਵਜੋਤ ਸਿੰਘ ਸਿੱਧੂ ਸਰਗਰਮ ਨੇ ਜਿਸ ਦਿਨ ਦੇ ਉਹ ਹਾਰੇ ਨੇ, ਤੇ ਨਵਜੋਤ ਸਿੰਘ ਸਿੱਧੂ ਦੇ ਵਿਰੋਧੀ ਵੀ ਬੜੇ ਚਿੰਤਤ ਨੇ, ਔਰ ਨਵਜੋਤ ਸਿੰਘ ਸਿੱਧੂ ਲੋਕ ਹਿੱਤ ਦੇ ਮੁੱਦੇ ਚੱਕ ਰਹੇ ਨੇ। ਕੱਲ ਵੀ ਉਹ ਅਨਾਜ ਮੰਡੀ 'ਚ ਗਏ ਜੰਡਿਆਲਾ ਅੰਮ੍ਰਿਤਸਰ 'ਚ, ਔਰ ਉਹਨਾਂ ਨੇ ਕਿਸਾਨਾਂ ਦੇ ਹੱਕ ਦੀ ਆਵਾਜ਼ ਬੁਲੰਦ ਕਰਤੀ। ਕਣਕ ਦੇ ਲਈ ਖੁੱਲੀ ਮੰਡੀ 'ਚ, ਦੁਨੀਆ 'ਚ ਦੇਖੋ ਕਣਕ ਦਾ ਮੁੱਲ ਕਿੰਨਾ ਵੱਧ ਗਿਆ, ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਮਨਦੀਪ ਜੀ ਦੇਖੋ ਕਿੰਨੀਆਂ ਵੱਧ ਗਈਆਂ ਜੀ। ਤੇ ਭਾਰਤ ਸਰਕਾਰ ਪੈਟਰੋਲ ਤੇ ਡੀਜ਼ਲ ਦਾ ਮੁੱਲ ਵਧਾ ਰਹੀ ਹੈ ਵੀ ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ ਵੱਧ ਗਈਆਂ ਤੇ ਕੌਮਾਂਤਰੀ ਬਾਜ਼ਾਰ 'ਚ ਤਾਂ ਕਣਕ ਦੀਆਂ ਕੀਮਤਾਂ ਹੀ ਬਹੁਤ ਵੱਧ ਗਈਆਂ ਜੀ। ਤੇ ਫਿਰ ਸਾਡੇ ਕਿਸਾਨਾਂ ਨੂੰ ਉਸ ਮੁੱਲ ਵਾਧੇ ਦਾ ਫਾਇਦਾ ਕਿਉਂ ਨਹੀਂ ਮਿਲ ਰਿਹਾ? ਦੁਨੀਆ 'ਚ ਨੰਬਰ 1 ਕਣਕ ਦਾ ਐਕਸਪੋਰਟਰ ਹੈ ਜਿਹੜਾ ਦੁਨੀਆ 'ਚ, ਉਹ ਰੂਸ ਹੈ। ਨੰਬਰ 2 ਤੇ ਯੂਕਰੇਨ ਸੀ, ਨੰਬਰ 3 ਤੇ ਭਾਰਤ ਹੈ। ਮਤਲਬ ਭਾਰਤ ਵੱਲੋਂ ਵੀ ਕਣਕ ਦੂਜੇ ਦੇਸ਼ਾਂ ਨੂੰ ਭੇਜੀ ਜਾਂਦੀ ਹੈ ਜੀ। ਤੇ ਜੇ ਕੌਮਾਂਤਰੀ ਬਾਜ਼ਾਰ 'ਚ ਮੁੱਲ ਇੰਨਾ ਵੱਧ ਗਿਆ ਤੇ ਭਾਰਤ ਵੀ ਸਸਤੀ ਨਹੀਂ ਭੇਜੂ, ਮਹਿੰਗੀ ਭੇਜੂ। ਤੇ ਫਿਰ ਭਾਰਤ ਸਰਕਾਰ ਨੂੰ, ਭਾਰਤ ਦੇ ਕਿਸਾਨਾਂ ਨੂੰ ਵੀ MSP 'ਚ ਵਾਧਾ ਕਰਕੇ ਦੇਣਾ ਚਾਹੀਦਾ। ਜੇ ਭਾਰਤ ਨੇ ਬਾਹਰ ਕਣਕ ਨਹੀਂ ਭੇਜਣੀ ਫਿਰ ਗੱਲ ਸਮਝ ਆਉਂਦੀ ਹੈ, ਪਰ ਜੇ ਭਾਰਤ ਕਣਕ ਐਕਸਪੋਰਟ ਕਰਦਾ ਹੈ ਤੇ ਫਿਰ ਕਿਸਾਨਾਂ ਨੂੰ ਵਧੇ ਮੁੱਲ ਦਾ ਫਾਇਦਾ ਕਿਉਂ ਨਹੀਂ? ਇਹ ਗੱਲ ਨਵਜੋਤ ਸਿੰਘ ਸਿੱਧੂ ਨੇ ਕਈ ਦਿਨਾਂ ਦੀ ਚੱਕੀ ਹੋਈ ਹੈ। ਉਹ ਇਹ ਵੀ ਕਹਿ ਰਹੇ ਨੇ ਕਿ ਕਿਸਾਨ ਕਾਰੋਬਾਰ ਲਈ ਤੁਸੀਂ ਸਰਹੱਦ ਖੋਲ੍ਹੋ, ਬਾਕੀ ਸਾਰੇ ਕੰਮਾਂ ਲਈ ਸਰਹੱਦਾਂ ਖੁੱਲ੍ਹੀਆਂ, ਤੇ ਕਿਸਾਨ ਕਾਰੋਬਾਰ ਲਈ ਵੀ ਸਰਹੱਦਾਂ ਖੋਲ੍ਹੋ ਤਾਂ ਕਿ ਸਾਡੇ ਕਿਸਾਨ ਕਣਕ ਵੇਚ ਕੇ ਮੁਨਾਫਾ ਕਮਾਉਣ। ਹੁਣ ਉਹ ਮੰਡੀਆਂ 'ਚ ਵੀ ਜਾ ਰਹੇ ਨੇ। ਇਹ ਵੀ ਉਹਨਾਂ ਨੇ ਮੰਗ ਕਰਤੀ ਕਿ ਪੰਜਾਬ ਦੀ ਸਰਕਾਰ ਵੀ ਮੁਆਵਜ਼ਾ ਦੇਵੇ, ਕੇਂਦਰ ਦੀ ਸਰਕਾਰ ਵੀ ਮੁਆਵਜ਼ਾ ਦੇਵੇ। ਅਰਵਿੰਦ ਕੇਜਰੀਵਾਲ ਦੀ ਦਿੱਲੀ ਦੀ ਸਰਕਾਰ 50,000 ਪ੍ਰਤੀ ਹੈਕਟੇਅਰ ਮੁਆਵਜ਼ਾ ਦਾਅਵਾ ਕਰਦੀ ਹੈ ਕਿ ਦੇਸ਼ 'ਚ ਸਭ ਤੋਂ ਵੱਧ ਅਸੀਂ ਦਿੰਦੇ ਹਾਂ ਫਸਲਾਂ ਦੀ ਖਰਾਬੀ 'ਤੇ। ਪੰਜਾਬ 'ਚ ਹੁਣ ਭਗਵੰਤ ਮਾਨ ਕਿੰਨਾ ਦੇਣਗੇ? ਹਾਲਾਂਕਿ ਕੱਲ ਮੀਟਿੰਗ ਵੀ ਹੋਈ ਹੈ 23 ਕਿਸਾਨ ਸੰਗਠਨਾਂ ਦੀ ਭਗਵੰਤ ਮਾਨ ਨਾਲ। ਪੰਧੇਰ ਸਾਹਿਬ ਵੀ ਸੀ, ਉਹ 'ਚ ਹੋਰ ਵੀ ਲੀਡਰ ਸੀ। ਕਹਿੰਦੇ ਕਾਫੀ ਗੱਲਾਂ ਤੇ ਸਹਿਮਤੀ ਬਣ ਗਈ। ਭਗਵੰਤ ਮਾਨ ਕਹਿੰਦੇ ਅਸੀਂ ਬੋਨਸ ਦੇਵਾਂਗੇ, ਪਰ ਕਿੰਨਾ ਅਸੀਂ ਸਲਾਹ ਕਰਾਂਗੇ ਅਫਸਰਾਂ ਨਾਲ, ਅਸੀਂ ਦੇਖਾਂਗੇ ਖਰਾਬਾ ਕਿੰਨਾ ਕੁ ਹੋਇਆ। ਪਰ ਦਿੱਲੀ 'ਚ ਤਾਂ 50,000 ਦਾ ਦਾਅਵਾ ਸੀ ਦੇਸ਼ 'ਚ ਸਭ ਤੋਂ ਵੱਧ, ਤੇ ਹੁਣ ਪੰਜਾਬ 'ਚ ਕਿੰਨਾ ਦੇਣਗੇ? ਸਵਾਲ ਇਹ ਬਹੁਤ ਵੱਡਾ। ਔਰ ਨਵਜੋਤ ਸਿੰਘ ਸਿੱਧੂ ਨੇ ਸਵਾਲ ਚੱਕੇ ਨੇ, ਇਹ ਕਿਸਾਨਾਂ ਨੇ ਵੀ ਸਵਾਲ ਚੱਕੇ ਨੇ। ਕੱਲ ਕਾਫੀ ਗਿਣਤੀ 'ਚ ਕਿਸਾਨ ਨਵਜੋਤ ਸਿੰਘ ਸਿੱਧੂ ਨੂੰ ਮਿਲਣ ਗਏ ਸੀ ਉਹਨਾਂ ਦੇ ਘਰ, ਜੋ ਮੈਨੂੰ ਪਤਾ ਲੱਗਿਆ। ਫਿਰ ਬਾਹਰ ਵੀ ਕਿਸਾਨਾਂ ਦੇ ਨਾਲ ਨਵਜੋਤ ਸਿੰਘ ਸਿੱਧੂ ਨੇ ਮੀਟਿੰਗ ਕੀਤੀ ਹੈ। ਨਵਜੋਤ ਸਿੰਘ ਸਿੱਧੂ ਵੀ ਕਿਸਾਨਾਂ ਦੀ ਆਵਾਜ਼ ਬਣ ਕੇ ਮੁੱਦਿਆਂ ਨੂੰ ਚੱਕ ਰਿਹਾ ਹੈ। ਔਰ ਹੁਣ ਕਿਤੇ ਨਾ ਕਿਤੇ ਪਤਾ ਇਹ ਲੱਗਿਆ ਹੈ ਕਿ ਸਰਕਾਰ ਨੇ ਵੀ, ਸਰਕਾਰ ਦੀ ਜਿਹੜੀ ਨਿਗਰਾਨੀ ਵਿਵਸਥਾ ਹੈ, ਨਿਗਰਾਨੀ ਤੰਤਰ ਹੈ, ਉਹ ਵੀ ਨਵਜੋਤ ਸਿੰਘ ਸਿੱਧੂ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖ ਰਿਹਾ ਹੈ
ਤਾਂ ਕਿ ਨਵਜੋਤ ਸਿੰਘ ਸਿੱਧੂ ਕਿਹੜੇ ਮੁੱਦੇ ਚੱਕ ਸਕਦੇ ਨੇ, ਕਿਉਂਕਿ ਸਿੱਧੂ ਬਾਰੇ ਕਿਹਾ ਜਾਂਦਾ ਹੈ ਕਿ ਉਹ ਲੋਕ ਹੱਕ ਦੇ ਮਸਲੇ ਬਿਨਾਂ ਡਰ ਬੇਬਾਕੀ ਦੇ ਨਾਲ ਚੱਕਦੇ ਨੇ। ਤੇ ਸਰਕਾਰਾਂ ਨੂੰ ਇਹ ਹੁੰਦਾ ਵੀ ਕਿਤੇ ਨਵਜੋਤ ਸਿੰਘ ਸਿੱਧੂ ਦੇ ਚੱਕੇ ਮਸਲਿਆਂ ਦੇ ਨਾਲ ਜਾਗਰੂਕਤਾ ਨਾ ਵੱਧ ਜੇ। ਕਿਸਾਨ ਤਾਂ ਸਾਡੇ ਪਹਿਲਾਂ ਹੀ ਜਾਗਰੂਕ ਹੈ। ਹੁਣ ਦੂਸਰੇ ਪਾਸੇ ਕਾਂਗਰਸ ਦੇ ਵਿੱਚ ਕਈ ਖੇਮੇ ਨੇ, ਕਈ ਗੁੱਟ ਨੇ ਕਾਂਗਰਸ 'ਚ, ਸਾਨੂੰ ਪਤਾ ਹੈ। ਕੱਲੀ ਕਾਂਗਰਸ ਪਾਰਟੀ ਹੈ ਜਿਹਦੇ ਵਿੱਚ ਕਈ ਗੁੱਟ ਨੇ, G23 ਹੈ, ਹੋਰ ਬੜੇ ਕੁਝ ਨੇ। ਤੇ ਹੁਣ ਕਾਂਗਰਸ 'ਚ ਕਹਿੰਦੇ ਪ੍ਰਧਾਨ ਨਵਾਂ ਲਾਤਾ ਰਾਜਾ ਵੜਿੰਗ, ਤੇ ਕਹਿੰਦੇ ਸਿੱਧੂ ਸਾਹਿਬ ਉਹਨਾਂ ਨੂੰ ਮਿਲਦੇ ਨਹੀਂ, ਪਰ ਰਾਜਾ ਵੜਿੰਗ ਬਾਕੀ ਸਭ ਦੇ ਘਰ ਚਲੇ ਗਏ, ਨਵਜੋਤ ਸਿੰਘ ਸਿੱਧੂ ਦੇ ਘਰ ਨਹੀਂ ਗਏ। ਹੁਣ ਕਈ ਕਾਂਗਰਸੀ ਕਹਿੰਦੇ ਕਿ ਨਵਜੋਤ ਸਿੰਘ ਸਿੱਧੂ ਲਗਾਤਾਰ ਘੁੰਮ ਰਹੇ ਨੇ, ਪੁਰਾਣੇ ਲੀਡਰਾਂ ਦੇ ਘਰਾਂ 'ਚ ਵੀ ਜਾ ਰਹੇ ਨੇ। ਕਈ ਕਾਂਗਰਸ ਦੇ ਸੀਨੀਅਰ ਲੀਡਰਾਂ ਨੂੰ ਇਸ ਗੱਲ ਦੀ ਚਿੰਤਾ ਪੈ ਗਈ ਕਿ ਜਿਹੜੇ ਲੀਡਰ ਪਾਰਟੀ 'ਚੋਂ ਕੱਢੇ ਹੋਏ ਨੇ, ਭਾਵੇਂ ਉਹਨਾਂ ਨੇ ਜ਼ਿੰਦਗੀਆਂ ਕਾਂਗਰਸ ਚਲਾਤੀਆਂ, ਸਿੱਧੂ ਉਹਨਾਂ ਦੇ ਘਰੇ ਕਿਉਂ ਜਾ ਰਿਹਾ ਹੈ। ਦਿੱਲੀ ਤੱਕ ਰਿਪੋਰਟਾਂ ਚਲੀਆਂ ਗਈਆਂ ਵੀ ਸਿੱਧੂ ਥਾਂ ਤੇ ਕਿਉਂ ਘੁੰਮ ਰਿਹਾ। ਨਵਜੋਤ ਸਿੰਘ ਸਿੱਧੂ ਜੇ ਕਿਤੇ ਕਾਂਗਰਸੀ ਵਰਕਰ ਤੇ ਤਸ਼ੱਦਦ ਹੁੰਦਾ ਕਿਉਂ ਜਾ ਰਿਹਾ, ਆਵਾਜ਼ ਕਿਉਂ ਬੁਲੰਦ ਕਰ ਰਿਹਾ। ਨਵਜੋਤ ਸਿੰਘ ਸਿੱਧੂ ਮੰਡੀਆਂ 'ਚ ਕਿਉਂ ਜਾ ਰਿਹਾ, ਨਵਜੋਤ ਸਿੰਘ ਸਿੱਧੂ ਪਿੰਡਾਂ 'ਚ ਕਿਉਂ ਜਾ ਰਿਹਾ, ਲੋਕਾਂ ਦੇ ਦੁੱਖ ਸੁੱਖ 'ਚ ਕਿਉਂ ਜਾ ਰਿਹਾ। ਇਹ ਕਈ ਸਵਾਲ ਖੜੇ ਹੋ ਗਏ ਵੀ ਇਹਦੇ ਪਿੱਛੇ ਸਿੱਧੂ ਦੀ ਮਨਸ਼ਾ ਕੀ ਹੈ। ਤੇ ਜਦੋਂ ਸਿੱਧੂ ਕਾਂਗਰਸੀ ਲੀਡਰਾਂ ਦੇ ਜਾਂਦਾ ਹੈ, ਕਹਿੰਦੇ ਅਚਾਨਕ ਹੀ 10 15 20 25 ਐਕਸ MLA ਕਿੱਦਾਂ ਪਹੁੰਚ ਜਾਂਦੇ ਆ। ਸਿੱਧੂ ਪਟਿਆਲੇ ਜਾਂਦਾ ਉੱਥੋਂ ਦੇ ਪਹੁੰਚ ਜਾਂਦੇ, ਬਠਿੰਡੇ ਜਾਂਦਾ ਉੱਥੋਂ ਦੇ ਪਹੁੰਚ ਜਾਂਦੇ, ਫਿਰੋਜ਼ਪੁਰ ਜਾਂਦਾ ਉੱਥੋਂ ਦੇ ਪਹੁੰਚ ਜਾਂਦੇ, ਬਰਗਾੜੀ ਵਾਲੇ ਮੋਰਚੇ 'ਚ ਗਿਆ ਉੱਥੇ ਆਲੇ ਦੁਆਲੇ ਦੇ ਲੀਡਰ ਪਹੁੰਚ ਗਏ, ਜਲੰਧਰ ਗਿਆ ਉੱਥੇ ਪਹੁੰਚ ਗਏ, ਅੰਮ੍ਰਿਤਸਰ ਬਾਹਰ ਨਿਕਲਦਾ ਉੱਥੋਂ ਦੇ ਪਹੁੰਚ ਗਏ, ਸੁਲਤਾਨਪੁਰ ਲੋਧੀ ਗਿਆ ਉੱਥੋਂ ਦੇ ਆਲੇ ਦੁਆਲੇ ਦੇ ਪਹੁੰਚ ਗਏ, ਲੁਧਿਆਣੇ ਆਇਆ ਉੱਥੋਂ ਦੇ ਕਈ ਆ ਗਏ। ਇਹ ਸੋਚ ਵਿਚਾਰ ਪਤਾ ਇਹ ਵੀ ਲੱਗਿਆ ਕਿ ਕੁਝ ਲੋਕਾਂ ਦੀ ਡਿਊਟੀ ਲਾਤੀ ਹਾਈ ਕਮਾਂਡ ਨੇ ਕਿ ਭਾਈ ਹਰ ਰੋਜ਼ ਨੋਟ ਕਰੋ ਤਾਂ ਕਿ ਅਸੀਂ ਮਤਲਬ ਸਮਝੀਏ ਕਿ ਇਹਦੇ ਪਿੱਛੇ ਮਨਸ਼ਾ ਕੀ ਹੈ ਨਵਜੋਤ ਸਿੰਘ ਸਿੱਧੂ ਦੀ। ਨਵਜੋਤ ਸਿੰਘ ਸਿੱਧੂ ਕਹਿੰਦਾ ਮੈਂ ਤਾਂ ਹੁਣ ਵਰਕਰ ਹਾਂ ਕਾਂਗਰਸ ਦਾ, ਤੇ ਮੈਂ ਤਾਂ ਪੰਜਾਬ ਦੇ ਮੁੱਦੇ ਪੂਰੇ ਪੰਜਾਬ 'ਚ ਘੁੰਮ ਕੇ ਚੱਕਣੇ ਨੇ। ਸਿੱਧੂ ਢਿੱਡ ਨਹੀਂ ਖੋਲ ਰਿਹਾ, ਵਿਰੋਧੀਆਂ ਨੂੰ ਸਮਝ ਨਹੀਂ ਆ ਰਿਹਾ। ਹੁਣ ਡਿਊਟੀਆਂ ਇਹ ਲੱਗ ਗਈਆਂ ਇੱਥੋਂ ਤੱਕ ਵੀ ਜਦੋਂ ਨਵਜੋਤ ਸਿੰਘ ਸਿੱਧੂ ਘਰੋਂ ਨਿਕਲੇ ਤੇ ਸਾਰਿਆਂ ਨੂੰ ਭਾਈ ਦੱਸੋ ਵੀ ਨਵਜੋਤ ਸਿੰਘ ਸਿੱਧੂ ਘਰੋਂ ਨਿਕਲ ਗਿਆ, ਤਾਂ ਕਿ ਪਤਾ ਕਰ ਲਈਏ ਨਵਜੋਤ ਸਿੰਘ ਸਿੱਧੂ ਕਿੱਧਰ ਨੂੰ ਜਾ ਰਿਹਾ ਜੀ, ਤਾਂ ਕਿ ਉਹਦੇ ਹਿਸਾਬ ਨਾਲ ਵਿਉਂਤਬੰਦੀ ਬਣਾ ਲਈਏ। ਮੈਨੂੰ ਅੱਜ ਪਤਾ ਲੱਗਿਆ ਅੱਜ ਵੀ ਨਵਜੋਤ ਸਿੰਘ ਸਿੱਧੂ ਨੇ ਨਿਕਲਣਾ ਤੇ ਕਿਸੇ ਰੂਟ ਤੇ ਜਾਣਾ ਹੈ। ਸੋ ਅੱਜ ਵੀ ਸਰਗਰਮ ਹੋ ਜਾਣੇ ਨੇ ਲੋਕ। ਕੱਲ ਵੀ ਨਵਜੋਤ ਸਿੰਘ ਸਿੱਧੂ ਨੇ ਜਾਣਾ ਹੈ। ਕੱਲ ਤਾਂ ਕਹਿੰਦੇ ਜਿੱਥੇ ਨਵਜੋਤ ਸਿੰਘ ਸਿੱਧੂ ਨੇ ਜਾਣਾ ਹੈ ਮਨਦੀਪ ਜੀ ਉਹ ਵੱਡੀ ਸਿਆਸੀ ਸੁਰਖੀ ਬਣ ਜਾਣੀ ਹੈ। ਕੱਲ ਮਤਲਬ ਅੱਜ ਸੋਮਵਾਰ ਹੈ, ਮੰਗਲਵਾਰ ਨੂੰ ਕਹਿੰਦੇ ਮੰਗਲਵਾਰ ਨੂੰ ਵੀ ਇੱਕ ਵੱਡਾ ਪ੍ਰੋਗਰਾਮ ਨਵਜੋਤ ਸਿੰਘ ਸਿੱਧੂ ਦੇ ਸਮਰਥਕਾਂ ਨੇ ਰੱਖ ਲਿਆ। ਕਹਿੰਦੇ ਆਓ ਤੁਸੀਂ, ਤੇ ਕਹਿੰਦੇ ਉੱਥੇ ਵੀ ਕਈ ਐਕਸ MLA ਇਕੱਠੇ ਹੋ ਜਾਣੇ। ਤੇ ਨਵਜੋਤ ਸਿੰਘ ਸਿੱਧੂ ਨੂੰ ਜਦੋਂ ਪੁੱਛਦੇ ਆ ਉਹ ਕਹਿੰਦੇ ਮੈਂ ਕਾਂਗਰਸੀ ਹਾਂ, ਮੈਂ ਕਾਂਗਰਸੀ ਵਰਕਰ ਹਾਂ, ਤੇ ਮੈਂ ਕਾਂਗਰਸੀ ਵਰਕਰ ਰਹਿ ਕੇ ਪੰਜਾਬ ਦੇ ਮੁੱਦੇ ਚੱਕਣੇ ਆ। ਹੁਣ ਬਹੁਤ ਸਾਰੇ ਕਾਂਗਰਸ ਦੇ ਲੀਡਰਾਂ ਤੋਂ ਇਹ ਵੀ ਗੱਲ ਹਜਮ ਨਹੀਂ ਹੁੰਦੀ ਕਿ ਕਾਂਗਰਸੀ ਵਰਕਰ ਬਣ ਕੇ ਵੀ ਸਿੱਧੂ ਐਡਾ ਸਰਗਰਮ ਕਿਉਂ ਹੈ। ਉਹਨਾਂ ਨੂੰ ਲੱਗਦਾ ਸੀ ਜੇ ਨਵਜੋਤ ਸਿੰਘ ਸਿੱਧੂ ਹਾਰ ਗਿਆ ਤੇ ਘਰੇ ਬਹਿ ਜੂ ਤੇ ਅਸੀਂ ਕਾਂਗਰਸ ਪਾਰਟੀ ਚਲਾਵਾਂਗੇ ਜੀ, ਪਰ ਸਿੱਧੂ ਰੋਕਦਾ ਉਹਨਾਂ ਨੂੰ ਵੀ ਨਹੀਂ ਕਾਂਗਰਸ ਪਾਰਟੀ ਚਲਾਉਣ ਤੋਂ। ਸਿੱਧੂ ਕਹਿੰਦਾ ਜਿਨ੍ਹਾਂ ਨੂੰ ਜੋ ਜ਼ਿੰਮੇਵਾਰੀਆਂ ਪੂਰੀਆਂ ਕਰੋ। ਸੋ ਇਸ ਕਰਕੇ ਨਵਜੋਤ ਸਿੰਘ ਸਿੱਧੂ ਉਹ ਪੋਲੀਟੀਕਲ ਗੁੰਝਲ ਹੈ ਕਾਂਗਰਸੀਆਂ ਦੇ ਲਈ ਵੀ। ਉਹਨਾਂ ਨੂੰ ਸਮਝ ਨਹੀਂ ਆਉਂਦਾ ਕਿ ਨਵਜੋਤ ਸਿੰਘ ਸਿੱਧੂ ਕੀ ਕਰ ਰਿਹਾ। ਸੋ ਜੇ ਨਵਜੋਤ ਸਿੰਘ ਸਿੱਧੂ ਸਮਝ ਆ ਜਾਂਦਾ ਤੇ ਮੈਨੂੰ ਲੱਗਦਾ ਚਿਹਰਾ ਹੀ ਬਣਾ ਦਿੰਦੇ ਕਾਂਗਰਸ ਪਾਰਟੀ ਵਾਲੇ, ਤੇ ਅੱਜ ਕਾਂਗਰਸ ਪਾਰਟੀ ਵਾਲੇ ਜਾਂ ਸਰਕਾਰ 'ਚ ਹੁੰਦੇ ਜਾਂ ਚੰਗੇ ਤਕੜੇ ਮੁਕਾਬਲੇ 'ਚ ਹੁੰਦੇ ਪੰਜਾਬ 'ਚ। ਹੁਣ ਤਾਂ 18 ਨਹੀਂ, ਇੱਕ ਪਾਸੇ 92 ਹੈ, ਇੱਕ ਪਾਸੇ 18 ਹੈ। ਬੜਾ ਔਖਾ ਹੈ ਕਾਂਗਰਸ ਦਾ। ਤੇ ਡੱਲਾ ਜੀ ਲਾਸਟ ਸਵਾਲ ਵੱਲ ਵਧੀਏ ਤਾਂ ਆਪਾਂ ਭਗਵੰਤ ਮਾਨ ਦਾ ਦਿੱਲੀ ਦਾ ਦੌਰਾ ਜਿਹੜਾ ਉਹ ਰੱਦ ਹੋ ਗਿਆ, ਇਹ ਹੁਣ ਕੀ ਨਵਾਂ ਪੰਗਾ ਪਿਆ ਜਾਂ ਕੀ ਸਾਰਾ ਮਾਮਲਾ ਹੈ? ਦੇਖੋ ਭਗਵੰਤ ਮਾਨ ਹੁਣਾਂ ਨੇ ਦਿੱਲੀ ਜਾਣਾ ਸੀ। ਦੇਖੋ ਭਗਵੰਤ ਮਾਨ ਹੁਣੇ ਅੱਛੀ ਇੱਕ ਚੰਗੀ ਸੋਚ ਦੇ ਨਾਲ ਸਰਗਰਮ ਹੈ। ਜਿਹੜਾ ਬਿਜਲੀ ਦੇ ਫੈਸਲੇ ਹੋਏ ਨੇ ਪੰਜਾਬ 'ਚ, ਵੱਡੇ ਹਿੱਸੇ ਲਈ ਇੱਕ ਸਾਡੇ ਹਿੱਸੇ ਲਈ ਚੰਗਾ ਫੈਸਲਾ ਹੋਇਆ। ਹਾਂ, ਵੱਡੇ ਹਿੱਸੇ ਲਈ ਇਹ ਫੈਸਲਾ ਦੁਬਾਰਾ ਸੋਚ ਵਿਚਾਰਨ ਚਾਹੀਦਾ ਹੈ। ਹਜੇ ਸਮਾਂ 1 ਜੁਲਾਈ ਤੋਂ ਲਾਗੂ ਹੋਣਾ। ਹੋ ਸਕਦਾ ਭਗਵੰਤ ਮਾਨ ਦੀ ਸਰਕਾਰ 1 ਜੁਲਾਈ ਤੋਂ ਪਹਿਲਾਂ ਜਿਹੜਾ ਜਨਰਲ ਕੈਟਾਗਰੀ ਵਰਗ ਚਾਹ ਰਿਹਾ ਕਿ ਸਾਡੀ ਵੀ ਮੁਫਤ ਕਰ ਦਿਓ, ਮੈਂ ਕਹਿੰਦਾ
ਉਹਨਾਂ ਨੂੰ ਤੁਸੀਂ 600 ਨਹੀਂ ਕਰਨੀ ਤੇ ਕੁੱਲ 300 ਕਰ ਦਿਓ, ਕੋਈ ਵਿੱਚ ਵਿਚਾ ਦਾ ਰਾਹ ਕੱਢ ਲਓ ਜੀ, ਤਾਂ ਕਿ ਜਨਰਲ ਕੈਟਾਗਰੀ ਵਰਗ ਵੀ ਖੁਸ਼ ਹੋ ਜਾਏ। ਕਿਉਂਕਿ ਨਹੀਂ ਤਾਂ ਆਦਤ ਹੈ ਜੀ ਪਾਤੀ ਪੋਲੀਟੀਕਲ ਪਾਰਟੀਆਂ ਨੇ, ਹੁਣ ਨਹੀਂ ਤਾਂ 2024 ਦੀਆਂ ਚੋਣਾਂ ਨੇ, ਜ਼ਿਮਨੀ ਚੋਣ ਹੈ 6 ਮਹੀਨਿਆਂ ਬਾਅਦ, 5 ਮਹੀਨੇ ਰਹਿ ਗਏ, ਨਹੀਂ ਤਾਂ ਜ਼ਿਮਨੀ ਚੋਣ ਦੇ ਵਿੱਚ ਹੀ ਆਮ ਆਦਮੀ ਪਾਰਟੀ ਨੂੰ ਕਾਂਗਰਸ ਤੇ ਬੀਜੇਪੀ ਨੇ ਜਦੋਂ ਸੇਮ ਦਵਾਈ ਵੰਡਣੀ ਹੈ ਨਾ ਜੀ, ਤੇ ਉੱਥੋਂ ਹੀ ਪਤਾ ਲੱਗ ਜਾਣਾ ਹੈ ਆਮ ਆਦਮੀ ਪਾਰਟੀ ਨੂੰ। ਸੋ ਇਹ ਸਿਆਸੀ ਗੱਲਾਂ ਨੇ। ਮੈਨੂੰ ਲੱਗਦਾ ਹੈ ਕਿ 300 ਨਹੀਂ ਦੇ ਸਕਦੇ, 150 ਦਿਓ, ਪਰ ਵੰਡੋ ਜ਼ਰੂਰ ਸਹਿਮਤੀ ਦੇ ਨਾਲ, ਤਾਂ ਕਿ ਇੱਕ ਇਕੁਇਲਿਬਰੀਅਮ ਮੇਨਟੇਨ ਹੋਵੇ, ਇੱਕ ਸਮਾਜਿਕ ਬਰਾਬਰਤਾ। ਦੇਖੋ ਆਮ ਆਦਮੀ ਪਾਰਟੀ ਨੇ ਕਿਹਾ ਸੀ ਕਿ ਅਸੀਂ ਜਾਤ ਪਾਤ ਦੀ ਸਿਆਸਤ ਨਹੀਂ ਕਰਨੀ, ਤੇ ਫਿਰ ਜਦੋਂ ਤੁਸੀਂ ਫੈਸਲੇ ਲੈ ਰਹੇ ਹੋ ਤੇ ਫਿਰ ਤੁਸੀਂ ਫੈਸਲੇ ਸਮਾਨਤਾ ਦੇ ਲਓ ਜੀ। ਡਾਕਟਰ ਭੀਮ ਰਾਓ ਅੰਬੇਦਕਰ ਨੇ ਜਿਹੜਾ ਸੰਵਿਧਾਨ ਲਿਖਿਆ ਹੈ, ਬਹੁਤ ਬਰਾਬਰਤਾ ਦਾ ਲਿਖਿਆ ਉਹਨਾਂ ਨੇ। ਜਿੱਥੇ ਲੋੜ ਸੀ ਉਹਨਾਂ ਨੇ ਉੱਥੇ ਸਹੂਲਤਾਂ ਵਧਾਉਣ ਦੀ ਗੱਲ ਕੀਤੀ ਹੈ, ਪਰ ਦੂਸਰਿਆਂ ਨੂੰ ਸਹੂਲਤਾਂ ਰੋਕਣ ਦੀ ਗੱਲ ਨਹੀਂ ਕੀਤੀ। ਸੋ ਇਸ ਕਰਕੇ ਹੁਣ ਦੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਵੀ ਦੂਸਰੇ ਵਰਗਾਂ 'ਚ ਜਿਹੜੇ ਗਰੀਬ ਲੋਕ ਨੇ, ਦੇਖੋ ਜਿਹੜਾ ਵਿਅਕਤੀ ਵੀ ਗਰੀਬ ਹੈ, ਆਰਥਿਕ ਤੌਰ ਤੇ ਕਮਜ਼ੋਰ ਹੈ, ਉਹਦੀ ਮਦਦ ਕਰਨੀ ਚਾਹੀਦੀ ਹੈ। ਔਰ ਜਿਹੜੇ ਸਾਡੇ ਰਾਖਵੇਂ ਕਰਨ ਵਾਲੇ ਭਾਈਚਾਰੇ 'ਚ ਨੇ, ਜਿਹੜੇ ਉੱਥੇ ਵੀ ਬੜੇ ਅਮੀਰ ਲੋਕ ਨੇ, ਉੱਥੇ ਵੀ ਬਹੁਤ ਅੱਗੇ ਵਧੇ ਹੋਏ ਲੋਕ ਨੇ, ਸਰਕਾਰ ਉਹਨਾਂ ਦੀ ਪਛਾਣ ਕਰੇ, ਉਹ ਆਪਣੀ ਮਰਜ਼ੀ ਨਾਲ ਸਬਸਿਡੀਆਂ ਦੂਜੇ ਗਰੀਬਾਂ ਲਈ ਛੱਡਣ। ਦੇਖੋ ਸਹੂਲਤਾਂ ਦਾ ਫਾਇਦਾ ਗਰੀਬ ਲੋਕਾਂ ਨੂੰ ਤਾਂ ਮਿਲਣਾ ਹੀ ਚਾਹੀਦਾ ਹੈ ਜੀ। ਉਸ ਤੋਂ ਬਾਅਦ ਜਿਹੜੇ ਸਧਾਰਨ ਵਰਗ ਦੇ ਲੋਕ ਨੇ, ਮੱਧ ਵਰਗ ਦੇ ਲੋਕ ਨੇ, ਆਰਥਿਕ ਤੌਰ ਤੇ ਕਮਜ਼ੋਰ ਲੋਕ ਨੇ, ਉਹਨਾਂ ਦੀ ਪਛਾਣ ਕਰਕੇ ਉਹਨਾਂ ਨੂੰ ਵੀ ਇਹੋ ਜਿਹੀਆਂ ਸਹੂਲਤਾਂ ਦੇਣੀਆਂ ਚਾਹੀਦੀਆਂ। ਸੋ ਜਿਹੜੀ ਭਗਵੰਤ ਮਾਨ ਦਾ ਤੁਸੀਂ ਸਵਾਲ ਕੀਤਾ ਸੀ, ਭਗਵੰਤ ਮਾਨ ਦਿੱਲੀ ਜਾ ਰਹੇ ਸੀ ਸਿੱਖਿਆ ਸਕੂਲ ਦੇਖਣ ਤੇ ਸਿਹਤ ਮੈਡੀਕਲ ਕਲੀਨਿਕ ਦੇਖਣ, ਕਿਉਂਕਿ ਹੁਣ ਭਗਵੰਤ ਮਾਨ ਦੀ ਯੋਜਨਾ ਹੈ ਕਿ ਅਸੀਂ ਪੰਜਾਬ 'ਚ ਸਕੂਲਾਂ ਦਾ ਵਿਕਾਸ ਕਰਨਾ ਹੈ ਔਰ ਮੈਡੀਕਲ ਸਹੂਲਤਾਂ ਦਾ ਵਿਕਾਸ ਕਰਨਾ ਹੈ। ਹੁਣ ਉਹਦੇ ਪਿੱਛੇ ਦੇਖੋ ਮੈਨੂੰ ਇਹ ਲੱਗਿਆ, ਕਿਉਂਕਿ ਦਿੱਲੀ 'ਚ ਹਿੰਸਾ ਦੀਆਂ ਘਟਨਾਵਾਂ ਵਾਪਰ ਗਈਆਂ ਇੱਕ ਸਾਡੀ ਸ਼ੋਭਾ ਯਾਤਰਾ 'ਚ। ਸੋ ਸ਼ੋਭਾ ਯਾਤਰਾ ਬਹੁਤ ਪਵਿੱਤਰ ਨੇ, ਕੋਈ ਵੀ ਧਰਮ ਭਾਈਚਾਰੇ ਦੀ ਸ਼ੋਭਾ ਯਾਤਰਾ ਹੈ। ਉਹਨਾਂ ਦੇ ਵਿੱਚ ਜਿਹੜੀ ਹਿੰਸਾ ਵਾਪਰੀ ਹੈ, ਉਸ ਤੋਂ ਬਾਅਦ ਮੈਨੂੰ ਇਹ ਲੱਗਦਾ ਹੈ ਕਿ ਦਿੱਲੀ ਸਰਕਾਰ ਥੋੜੀ ਜਿਹੀ ਰੁੱਝੀ ਹੈ ਉਹਨਾਂ ਮਾਮਲਿਆਂ ਦੇ ਵਿੱਚ, ਕਿਉਂਕਿ ਉਹ ਮਾਮਲਾ ਭਾਵੇਂ ਪੁਲਿਸ ਕੇਂਦਰ ਦੇ ਅਧੀਨ ਹੈ, ਪਰ ਉਹ ਰਾਜਧਾਨੀ ਦਿੱਲੀ ਦੇ ਵਿੱਚ ਹੀ ਇਹ ਸਾਰਾ ਕੁਝ ਵਾਪਰਿਆ। ਉਹ ਮੈਂ ਹੈਰਾਨ ਬੜਾ ਹੁੰਦਾ ਕਿ ਦਿੱਲੀ 'ਚ ਹਿੰਸਾ ਦੀਆਂ ਘਟਨਾਵਾਂ ਕਿਉਂ ਵਾਪਰਦੀਆਂ ਨੇ। ਇਹ ਬੜੀ ਚਿੰਤਾ ਦਾ ਵਿਸ਼ਾ ਹੈ, ਨਹੀਂ ਵਾਪਰਨੀਆਂ ਚਾਹੀਦੀਆਂ। ਕੇਜਰੀਵਾਲ ਸਾਹਿਬ ਨੂੰ ਵੀ ਚਾਹੀਦਾ ਕਿ ਦਿੱਲੀ ਮਾਡਲ 'ਚ ਜੇ ਕੋਈ ਕਮੀ ਹੈ ਤੇ ਉਸ ਮਾਡਲ ਦੀ ਕਮੀ ਨੂੰ ਦੂਰ ਕਰਨ, ਕਿਤੇ ਟੀਪ ਟੂਪ ਕਰਨੀ ਟੀਪ ਟੂਪ ਕਰਾਉਣ, ਚੰਗਾ ਸੀਮੈਂਟ ਲਾਉਣ, ਸਮਾਜਿਕ ਇਕੁਇਲਿਬਰੀਅਮ ਮੇਨਟੇਨ ਕਰਕੇ ਰੱਖਣਾ ਬੜਾ ਜ਼ਰੂਰੀ ਹੈ। ਔਰ ਮੈਨੂੰ ਲੱਗਦਾ ਕਿ ਇਸੇ ਵਜ੍ਹਾ ਕਰਕੇ ਭਗਵੰਤ ਮਾਨ ਉਹਨਾਂ ਨੇ ਇਹ ਦੌਰਾ ਟਾਲਿਆ ਔਰ ਅਗਲੇ 2-3 ਦਿਨਾਂ 'ਚ ਦੁਬਾਰਾ ਵੀ ਭਗਵੰਤ ਮਾਨ ਦਿੱਲੀ ਜਾਣਗੇ। ਔਰ ਮੈਨੂੰ ਇਹ ਵੀ ਲੱਗਦਾ ਹੈ ਮਨਦੀਪ ਜੀ ਕਿ ਭਗਵੰਤ ਮਾਨ ਹੁਣੀ, ਕਿਉਂਕਿ ਕਿਸਾਨਾਂ ਨਾਲ ਕੱਲ੍ਹ ਮੁਲਾਕਾਤ ਕੀਤੀ ਹੈ, ਕਿਸਾਨਾਂ ਦੇ ਮਸਲੇ ਵੀ ਵੱਡੇ ਨੇ ਪੰਜਾਬ 'ਚ। ਮੈਨੂੰ ਲੱਗਦਾ ਅੱਜ ਭਗਵੰਤ ਮਾਨ ਇਹ ਫੈਸਲਾ ਕਰ ਦੇਣਗੇ ਅਫਸਰਾਂ ਨਾਲ ਮੀਟਿੰਗ ਕਰਕੇ ਵੀ ਅਸੀਂ ਪੰਜਾਬ 'ਚ ਪਤਾ ਕਰੀਏ ਕਣਕ ਦਾ ਨੁਕਸਾਨ ਕਿੰਨਾ ਹੋਇਆ, ਕਿੰਨੇ % ਆਈ ਹੈ। ਕਈ ਜਗ੍ਹਾ 5%, 10%, 20% ਕਣਕ ਕਹਿੰਦੇ ਖਰਾਬ ਹੋਈ ਹੈ। 34 ਲੱਖ ਹੈਕਟੇਅਰ 'ਚ ਪੰਜਾਬ 'ਚ ਕਣਕ ਬੀਜੀ ਜਾਂਦੀ ਹੈ, 150-60 ਲੱਖ ਮੀਟ੍ਰਿਕ ਟਨ ਦਾ ਉਤਪਾਦਨ ਹੁੰਦਾ ਹੈ। ਕਣਕ ਹਮੇਸ਼ਾ ਹੀ ਸਾਡੀ ਖਰੀਦੀ ਜਾਂਦੀ ਹੈ ਕਿਉਂਕਿ ਕੇਂਦਰ ਸਰਕਾਰ ਪੈਸੇ ਦਿੰਦਾ ਹੈ, MSP ਵੀ ਕੇਂਦਰ ਦਿੰਦਾ ਹੈ, ਕਣਕ ਖਰੀਦ ਲਈ ਵੀ ਪੈਸੇ ਕੇਂਦਰ ਜਾਰੀ ਕਰਦਾ, ਇਸ ਕਰਕੇ ਕਣਕ ਖਰੀਦਣ 'ਚ ਕੋਈ ਦਿੱਕਤ ਨਹੀਂ ਕੇਂਦਰ ਨੂੰ, ਔਰ ਕਿਸਾਨਾਂ ਦੇ ਖਾਤਿਆਂ 'ਚ ਪੈਸੇ ਦੀ ਵਿਵਸਥਾ ਵੀ ਬਣ ਗਈ। ਮੈਨੂੰ ਲੱਗਦਾ ਹੈ ਕਣਕ ਦੇ ਮਸਲੇ ਤੇ ਭਗਵੰਤ ਮਾਨ ਅਗਲੇ 1-2 ਦਿਨ ਅੱਜ ਵੀ ਧਿਆਨ ਕੇਂਦਰਿਤ ਕਰਨਗੇ। ਔਰ ਉਧਰ ਨਵਜੋਤ ਸਿੰਘ ਸਿੱਧੂ ਦਾ ਉਹ ਭਾਸ਼ਣ ਵੀ ਸੁਣਾ ਦਈਏ ਜਦੋਂ ਉਹ ਕਿਸਾਨਾਂ ਦੀ ਮੰਡੀ 'ਚ ਗਏ ਨੇ, ਔਰ ਉਹਨਾਂ ਦੇ ਜਿਹੜੇ ਉੱਥੇ ਬਿਆਨ ਨੇ ਉਹਨਾਂ ਦੀ ਵੀ ਬਹੁਤ ਵੱਡੀ ਅਹਿਮੀਅਤ ਹੈ। ये बहुत एहतियात बरतने की बात है और मैं आज ये कह रहा हूँ कि केजरीवाल साहब, मैं आपको याद दिलाता रहूँगा आपकी बेवफाई की, और मैं आपको ये भी याद दिलाता रहूँगा कि आपने दिल्ली में कहा था 50,000 रुपये प्रति हेक्टेयर हम कॉम्पनसेशन देंगे और ये हिंदुस्तान में सबसे ज़्यादा है। तो भैया बहुत बड़ी बात है। अब 20 से 50% झाड़ घटा है यहाँ गेहूं का, दीजिए ये कॉम्पनसेशन। कई लोगों की तो फसल पूरी तरह से तबाह हो गई है, दीजिए कॉम्पनसेशन। करीब 500 रुपया मिनिमम कॉम्पनसेशन होनी चाहिए। आप लिखिए चिट्ठी, 250 आप डालिए, 250 सेंटर की सरकार डाले, और ये 500 रुपया कॉम्पनसेशन हर किसान को मिलनी चाहिए, क्योंकि इंटरनेशनल मार्केट में यही
जो यहाँ गेहूं 2000 का आप एमएसपी उठा रहे हो, सिर्फ 40 रुपए पर साल बढ़ा है ये, और आप ये 9% एमएसपी बढ़ी है, और पेट्रोल के दाम, बाकियों के दाम 100%, डीएपी मिली नहीं, और वो भी जाली है, किसान बोल रहे थे। तो आप 2 रुपए दे के 20 निकाल लेते हो किसान की जेब से। आज ये मौका है कि आप उसे हिस्सेदार बनाइए। दुखों का तो भागीदार बनाते हो, लेकिन आज जब सुख आया है, और क्योंकि ये शॉर्टेज की वजह से गेहूं की कीमत 4000 है, तो उसको अपने सुख का भागीदार बनाइए। ਸੋ ਡੱਲਾ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ, ਆਪਣੇ ਵਿਚਾਰ ਸਾਂਝੇ ਕੀਤੇ। ਬਹੁਤ ਬਹੁਤ ਧੰਨਵਾਦ ਜੀ। ਬਹੁਤ ਧੰਨਵਾਦ ਮਨਦੀਪ ਜੀ।